ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ। ਨਜ਼ਰ ਮਾਰਦੇ ਇਹਨਾਂ ਖਬਰਾਂ ਉੱਪਰ। ਹੈਰੀ ਪੋਟਰ ਦੇ ਕਲਾਕਾਰ ਨੂੰ ਹੁਣ 에ਅਰਲਾਈਨ ਦੇ ਉੱਪਰ ਗੁੱਸਾ ਆਇਆ, ਜਿਸ ਦਾ ਤਜਰਬਾ ਉਹਨਾਂ ਨੇ ਟਵਿੱਟਰ ਦੇ ਉੱਪਰ ਸਾਂਝਾ ਕੀਤਾ। ਹੈਰੀ ਪੋਟਰ ਦੇ ਇਸ ਕਲਾਕਾਰ ਵੱਲੋਂ 에ਅਰ ਕੈਨੇਡਾ ਦੇ ਉੱਪਰ ਆਪਣਾ ਗੁੱਸਾ ਲਾਇਆ ਗਿਆ, ਜਿੱਥੇ ਟਵੀਟ ਕਰਦਿਆਂ ਉਹਨਾਂ ਵੱਲੋਂ ਇਸ ਨੂੰ ਇੱਕ ਘਟੀਆ 에ਅਰਲਾਈਨ ਦੱਸਿਆ ਗਿਆ ਹੈ। ਦਰਅਸਲ ਕਲਾਕਾਰ ਵੱਲੋਂ ਜੋ ਸਫ਼ਰ ਕੀਤਾ ਜਾ ਰਿਹਾ ਸੀ, ਉਸ ਦੌਰਾਨ ਜੋ ਕੁਝ ਉਸ ਨਾਲ ਹੋਇਆ, ਉਸ ਤੋਂ ਬਾਅਦ ਉਹ ਕਾਫੀ ਖਫਾ ਦਿਖਾਈ ਦਿੱਤਾ। ਹੈਰੀ ਪੋਟਰ ਵਿੱਚ ਕੰਮ ਕਰਨ ਵਾਲੇ ਕਲਾਕਾਰ 에ਅਰ ਕੈਨੇਡਾ ਦੇ ਖਿਲਾਫ ਬੋਲੇ ਹਨ। ਹੈਰੀ ਪੋਟਰ ਦੀ ਇਸ ਕਲਾਕਾਰ ਵੱਲੋਂ ਟੋਰਾਂਟੋ ਦੀ ਯਾਤਰਾ ਕੀਤੀ ਜਾ ਰਹੀ ਸੀ, ਜਿਸ ਦੌਰਾਨ ਉਹਨਾਂ ਨਾਲ ਕੁਝ ਅਜਿਹਾ ਹੋਇਆ ਕਿ ਉਹਨਾਂ ਨੂੰ 에ਅਰ ਕੈਨੇਡਾ ਤੇ ਗੁੱਸਾ ਆ ਗਿਆ। ਇਸ ਬਾਰੇ ਅਦਾਕਾਰ ਵੱਲੋਂ ਟਵਿੱਟਰ ਦੇ ਉੱਪਰ ਪੋਸਟ ਸਾਂਝੀ ਕਰਦਿਆਂ ਆਪਣਾ ਤਜਰਬਾ ਦੱਸਿਆ ਗਿਆ। ਦੱਸ ਦਈਏ ਕਿ ਮੈਥਿਊ ਲੁਇਸ ਨਾਮ ਦੇ ਕਲਾਕਾਰ ਵੱਲੋਂ 에ਅਰ ਕੈਨੇਡਾ ਨੂੰ ਨਾਰਥ ਅਮਰੀਕਾ ਦੀ ਸਭ ਤੋਂ ਘਟੀਆ 에ਅਰਲਾਈਨ ਦੱਸਿਆ ਗਿਆ। ਇਸ ਬਾਰੇ ਉਹਨਾਂ ਨੇ ਸ਼ੁੱਕਰਵਾਰ ਨੂੰ ਟਵਿੱਟਰ ਦੇ ਉੱਪਰ ਟਵੀਟ ਕੀਤਾ। ਲੁਇਸ ਵੱਲੋਂ ਦੱਸਿਆ ਗਿਆ ਕਿ ਇੱਥੇ ਰਿਪਰੈਜ਼ੈਂਟੇਟਿਵਸ ਵੱਲੋਂ ਉਸ ਨੂੰ ਫਰਸਟ ਕਲਾਸ 'ਚੋਂ ਬਾਹਰ ਕਰ ਦਿੱਤਾ ਗਿਆ। ਉਸ ਨਾਲ ਅਜਿਹਾ ਉਸ ਵੇਲੇ ਹੋਇਆ ਜਦੋਂ ਉਸ ਨੇ ਆਰਲਾਂਡੋ ਇੰਟਰਨੈਸ਼ਨਲ 에ਅਰਪੋਰਟ ਤੇ ਗੇਟ ਵੱਲ ਪਹੁੰਚ ਕੀਤੀ। ਅਦਾਕਾਰ ਨੇ ਦੱਸਿਆ ਕਿ ਬਿਨਾਂ ਕਿਸੇ ਕਾਰਨ ਦਿੱਤਿਆਂ ਉਸ ਦੀ ਟਿਕਟ ਨੂੰ ਵੀ ਫਾੜਿਆ ਗਿਆ। ਜਦੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਤਾਂ ਅਦਾਕਾਰ 에ਅਰਲਾਈਨ ਤੋਂ ਕਾਫੀ ਨਾਰਾਜ਼ ਹੋਏ ਤੇ ਉਹਨਾਂ ਨੇ ਆਪਣੀ ਸਾਰੀ ਭੜਾਸ ਟਵਿੱਟਰ ਦੇ ਉੱਪਰ ਕੱਢੀ ਹੈ। ਇਹ ਜਦੋਂ ਮਾਮਲਾ ਸਾਹਮਣੇ ਆਇਆ ਤਾਂ 에ਅਰਲਾਈਨ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਕਲਾਕਾਰ ਦਾ ਤਜਰਬਾ ਸੁਣਨ ਤੋਂ ਬਾਅਦ ਕਾਫੀ ਬੁਰਾ ਲੱਗਾ ਹੈ। ਟੈਕਸਸ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਾਫੀ ਜ਼ਿਆਦਾ ਗਰਮੀ ਪੈ ਰਹੀ ਸੀ ਤਾਂ ਗੱਡੀ ਵਿੱਚ 5 ਸਾਲ ਦੇ ਮਾਸੂਮ ਨੇ ਦਮ ਤੋੜ ਦਿੱਤਾ। ਸਕੂਲ ਦੇ ਬਾਹਰ ਇਹ ਵਾਹਨ ਖੜਾ ਸੀ, ਜਿਸ ਵਿੱਚ ਬੱਚੇ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਡਿਟੇਲ ਦਿੱਤੀ ਗਈ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਤੇਜ਼ ਗਰਮੀ ਵਿੱਚ ਇੱਕ 5 ਸਾਲ ਦੇ ਬੱਚੇ ਦੀ ਗੱਡੀ ਅੰਦਰ ਬੈਠਣ ਦੇ ਕਾਰਨ ਮੌਤ ਹੋ ਗਈ। ਇਹ ਮਾਮਲਾ ਟੈਕਸਸ ਤੋਂ ਸਾਹਮਣੇ ਆਇਆ, ਜਿੱਥੇ ਟੈਕਸਸ ਐਲੀਮੈਂਟਰੀ ਸਕੂਲ ਦੇ ਬਾਹਰ ਇੱਕ ਗੱਡੀ ਵਿੱਚ 5 ਸਾਲ ਦਾ ਬੱਚਾ ਬੈਠਾ ਹੋਇਆ ਸੀ। ਕਾਫੀ ਜ਼ਿਆਦਾ ਗਰਮੀ ਪੈਣ ਕਾਰਨ ਉਸਨੇ ਦਮ ਤੋੜ ਦਿੱਤਾ। ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਸ ਹਿੱਸੇ ਵਿੱਚ ਇਸ ਸਮੇਂ ਕਾਫੀ ਭਿਆਨਕ ਗਰਮੀ ਪੈ ਰਹੀ ਹੈ। ਜਿਸ ਖੇਤਰ ਤੋਂ ਇਹ ਮਾਮਲਾ ਸਾਹਮਣੇ ਆਇਆ, ਉੱਥੇ ਨੈਸ਼ਨਲ ਵੈਦਰ ਸਰਵਿਸ ਦੇ ਦੱਸਣ ਮੁਤਾਬਕ ਤਾਪਮਾਨ 101 ਡਿਗਰੀ ਦੇ ਉੱਪਰ ਪਹੁੰਚ ਗਿਆ। 911 ਦੇ ਉੱਪਰ ਪੁਲਿਸ ਨੂੰ 4 ਵਜੇ ਦੇ ਕਰੀਬ ਇੱਕ ਕਾਲ ਆਈ, ਜਿੱਥੇ ਦੱਸਿਆ ਗਿਆ ਕਿ ਇੱਥੇ ਇੱਕ ਬੇਹੋਸ਼ੀ ਦੀ ਹਾਲਤ ਦੇ ਵਿੱਚ ਬੱਚਾ ਪਿਆ ਹੈ। ਅਧਿਕਾਰੀਆਂ ਵੱਲੋਂ ਉਸ ਨੂੰ CPR ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਜਾਨ ਨਹੀਂ ਬਚ ਸਕੀ। ਆਫੀਸ਼ੀਅਲਸ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਸ ਬੱਚੇ ਦੀ ਮੌਤ ਕਦੋਂ ਹੋਈ ਤੇ ਉਹ ਵਾਹਨ ਦੇ ਵਿੱਚ ਕਦੋਂ ਦਾ ਬੈਠਾ ਹੋਇਆ ਸੀ। ਇਸ ਬਾਰੇ ਸ਼ੈਰਿਫ ਦੇ ਦਫ਼ਤਰ ਵੱਲੋਂ ਇੱਕ ਸਟੇਟਮੈਂਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਜਦੋਂ ਉਹ ਬੱਚੇ ਤੱਕ ਪਹੁੰਚੇ ਤਾਂ ਉਹ ਇੱਥੇ ਸਾਹ ਨਹੀਂ ਲੈ ਰਿਹਾ ਸੀ। ਸਕੂਲ ਡਿਸਟ੍ਰਿਕਟ ਸੁਪਰੀਡੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਬੱਚਾ ਵਿਦਿਆਰਥੀ ਸੀ। ਉਹਨਾਂ ਵੱਲੋਂ ਇਸ ਘਟਨਾ ਨੂੰ ਆਈਸੋਲੇਟਿਡ ਇਵੈਂਟ ਦੱਸਿਆ ਗਿਆ। ਦੱਸ ਦਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਜਦੋਂ ਵਾਹਨ ਦੇ ਵਿੱਚ ਬੈਠੇ ਕਿਸੇ ਮਾਸੂਮ ਦੀ ਜਾਨ ਗਈ ਹੋਵੇ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਬਾਰੇ ਅਧਿਕਾਰੀ ਲਗਾਤਾਰ ਮਾਂ-ਬਾਪ ਨੂੰ ਸਲਾਹ ਦਿੰਦੇ ਹੋਏ ਵੀ ਦਿਖਾਈ ਦਿੱਤੇ। ਇੱਕ ਵਾਰ ਫਿਰ ਤੋਂ NHTSA ਵੱਲੋਂ ਕਿਹਾ ਗਿਆ ਕਿ ਜਦੋਂ ਕਾਫੀ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਬੱਚੇ ਇਸ ਨਾਲ ਬਹੁਤ ਜਲਦ ਪ੍ਰਭਾਵਿਤ ਹੋ ਜਾਂਦੇ ਨੇ। ਗਰਮ ਵਾਹਨ ਵਿੱਚ ਬੈਠੇ ਬੱਚਿਆਂ ਨੂੰ ਜਲਦ ਹੀ ਸਟ੍ਰੋਕ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 23 ਬੱਚਿਆਂ ਦੀ ਮੌਤ ਗਰਮੀ ਦੌਰਾਨ ਵਾਹਨ ਵਿੱਚ ਬੈਠੇ ਰਹਿਣ ਦੇ ਕਾਰਨ ਹੋ ਗਈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ, ਜਿਸ ਨਾਲ 42 ਮਿਲੀਅਨ ਲੋਕਾਂ ਦੀ ਜਾਨ ਬਚਾਈ ਗਈ ਹੈ। ਇੰਨੀ ਵੱਧ ਮਾਤਰਾ ਦੇ ਵਿੱਚ ਨਸ਼ਾ ਪੁਲਿਸ ਦੇ ਹੱਥ ਲੱਗਾ ਹੈ, ਅਧਿਕਾਰੀਆਂ ਦੇ ਹੱਥ ਲੱਗਾ ਹੈ, ਜਿਸ ਨਾਲ 42 ਮਿਲੀਅਨ ਲੋਕਾਂ ਦੀ ਜਾਨ ਜਾ ਸਕਦੀ ਸੀ। ਵੱਡੀ ਨਸ਼ੇ ਖਿਲਾਫ ਇਸ ਕਾਰਵਾਈ ਦੇ ਬਾਰੇ ਹੁਣ ਏਜੰਟਸ ਵੱਲੋਂ ਸਾਰੀ ਡਿਟੇਲ ਦਿੱਤੀ ਗਈ ਹੈ ਕਿ ਉਹਨਾਂ ਨੇ ਇਸ ਦੀ ਬਰਾਮਦਗੀ ਕਿਸ ਤਰ੍ਹਾਂ ਕੀਤੀ। ਜਿਸ ਨਸ਼ੇ ਨਾਲ 42 ਮਿਲੀਅਨ ਲੋਕਾਂ ਦੀ ਜਾਨ ਜਾ ਸਕਦੀ ਸੀ, ਹੁਣ ਇਹ ਨਸ਼ਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ। ਜੀ ਹਾਂ, ਐਰੀਜ਼ੋਨਾ CPB ਏਜੰਟਸ ਵੱਲੋਂ ਵੱਡੀ ਮਾਤਰਾ ਵਿੱਚ ਫੈਂਟਨਲ ਬਰਾਮਦ ਕੀਤੀ ਗਈ ਹੈ। ਇਸ ਫੈਂਟਨਲ ਨਾਲ 42 ਮਿਲੀਅਨ ਲੋਕਾਂ ਦੀ ਜਾਨ ਜਾ ਸਕਦੀ ਸੀ। ਜੋ ਤਾਜ਼ਾ ਮਾਮਲਾ ਸਾਹਮਣੇ ਆਇਆ, ਉਸ ਬਾਰੇ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਟਸ ਵੱਲੋਂ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਕਾਰਵਾਈ ਕਰਦਿਆਂ 4.3 ਮਿਲੀਅਨ ਡਾਲਰ ਦਾ ਨਸ਼ਾ ਬਰਾਮਦ ਕੀਤਾ ਗਿਆ। ਇਹ ਨਸ਼ੇ ਦੀ ਬਰਾਮਦਗੀ ਐਰੀਜ਼ੋਨਾ ਟੁਸਕਨ ਤੋਂ ਕੀਤੀ ਗਈ ਹੈ, ਜਿਸ ਬਾਰੇ ਏਜੰਟਸ ਵੱਲੋਂ ਸਾਰੀ ਡਿਟੇਲ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਏਜੰਟਸ ਵੱਲੋਂ ਇੱਥੇ ਇੱਕ ਨਾਕਾ ਲਗਾਇਆ ਗਿਆ ਸੀ, ਜਿੱਥੇ ਉਹਨਾਂ ਨੇ ਜਦੋਂ ਇੱਕ ਗੱਡੀ ਦੀ ਚੈਕਿੰਗ ਕੀਤੀ ਤਾਂ ਇਸ ਵਿੱਚ ਕੁਝ ਬੈਗ ਉਹਨਾਂ ਨੂੰ ਮਿਲੇ। ਇਹਨਾਂ ਸਭ ਬਾਰੇ ਜਾਣਕਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਸਾਂਝੀ ਕੀਤੀ ਗਈ। ਏਜੰਟਸ ਵੱਲੋਂ ਦੇਖਿਆ ਗਿਆ ਕਿ ਵਾਹਨ ਨੂੰ ਚਲਾਉਣ ਵਾਲੀ ਔਰਤ ਕਾਫੀ ਪਰੇਸ਼ਾਨ ਦਿਖਾਈ ਦੇ ਰਹੀ ਸੀ। ਇਸ ਤੋਂ ਇਲਾਵਾ ਇਸ ਵਾਹਨ ਵਿੱਚ ਇੱਕ ਹੋਰ ਔਰਤ ਵੀ ਬੈਠੇ ਹੋਣ ਦੇ ਬਾਰੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ। ਇਹ ਦੋਨੋਂ ਔਰਤਾਂ US ਸਿਟੀਜ਼ਨ ਦੱਸੀਆਂ ਗਈਆਂ। ਫਿਰ ਅਧਿਕਾਰੀਆਂ ਵੱਲੋਂ ਵਾਹਨ ਦੀ ਚੈਕਿੰਗ ਕੀਤੀ ਗਈ। ਉਹਨਾਂ ਨੂੰ ਵਾਹਨ ਵਿੱਚੋਂ 3 ਬੈਗ ਮਿਲੇ, ਜਿਸ ਵਿੱਚ ਕਾਲੀ ਟੇਪ ਅੰਦਰ ਕੁਝ ਪੈਕੇਟ ਲਪੇਟ ਕੇ ਰੱਖੇ ਗਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ $4.3 ਮਿਲੀਅਨ ਦਾ ਨਸ਼ਾ ਲੁਕੋ ਕੇ ਰੱਖਿਆ ਗਿਆ ਸੀ। ਇਹ ਨਸ਼ਾ ਇੰਨਾ ਸੀ ਜਿਸ ਨਾਲ 42 ਮਿਲੀਅਨ ਲੋਕਾਂ ਦੀ ਜਾਨ ਜਾ ਸਕਦੀ ਸੀ, ਜਿਸ ਬਾਰੇ ਯੂਨਾਈਟਿਡ ਸਟੇਟਸ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ। ਹੁਣ ਕਾਰਵਾਈ ਕਰਦਿਆਂ ਵਾਹਨ ਨੂੰ ਚਲਾਉਣ ਵਾਲੀ ਔਰਤ ਦੇ ਉੱਪਰ ਚਾਰਜਸ ਲਗਾਏ ਗਏ ਹਨ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਇਸ ਸਾਰੇ ਮਾਮਲੇ ਦੇ ਬਾਰੇ ਟਵੀਟ ਕਰਦਿਆਂ ਵੀ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਇਸ ਵੱਡੀ ਨਸ਼ੇ ਦੀ ਬਰਾਮਦਗੀ ਦਾ ਜ਼ਿਕਰ ਕੀਤਾ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਮਾਸੂਮ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਜਿਸ ਨੇ ਇਸ ਮਾਮਲੇ ਨੂੰ ਅੰਜਾਮ ਦਿੱਤਾ, ਉਸ ਦੇ ਖਿਲਾਫ ਹੁਣ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਸੱਟਾਂ ਬੱਚੇ ਨੂੰ ਆਈਆਂ, ਜਿਸ ਦੇ ਉੱਪਰ ਜਿਹੜੀ ਕੁੱਟਮਾਰ ਹੈ ਉਹ ਵਿਅਕਤੀ ਵੱਲੋਂ ਕੀਤੀ ਗਈ। ਇਸ ਬਾਰੇ ਅਧਿਕਾਰੀਆਂ ਨੇ ਕੀ ਡਿਟੇਲ ਦਿੱਤੀ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਇੱਕ ਮਾਸੂਮ ਨੂੰ ਬੜੀ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਹੈ, ਜਿਸ ਸੰਬੰਧੀ ਇੱਕ ਵਿਅਕਤੀ ਨੂੰ ਕਾਰਵਾਈ ਕਰਦਿਆਂ ਹਿਰਾਸਤ ਵਿੱਚ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਮਾਸੂਮ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਉਹ ਸਿਰ ਅਤੇ ਦਿਮਾਗ ਦੀ ਸੱਟ ਦੇ ਨਾਲ ਪ੍ਰਭਾਵਿਤ ਹੋ ਗਿਆ। ਇਸ ਮਾਮਲੇ ਸੰਬੰਧੀ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਨੇ ਕਾਰਵਾਈ ਕਰਦਿਆਂ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਤੇ ਨਾਲ ਉਸ ਦੇ ਉੱਪਰ ਚਾਰਜਸ ਵੀ ਲਗਾਏ ਗਏ। ਇਸ ਉੱਪਰ ਦੋਸ਼ ਹੈ ਕਿ ਉਸਨੇ 14 ਸਾਲ ਦੇ ਬੱਚੇ ਦੀ ਮਾਰ-ਕੁੱਟ ਕੀਤੀ ਹੈ। ਜਿਸ ਨੂੰ ਹਿਰਾਸਤ ਵਿੱਚ ਲਿਆ ਗਿਆ, ਉਸ ਦਾ ਨਾਮ ਡੈਨੀਅਲ ਤੇ ਉਮਰ 20 ਸਾਲ ਦੇ ਕਰੀਬ ਦੱਸੀ ਗਈ। ਉਸ ਉੱਪਰ ਅਸੌਲਟ ਔਨ ਅ ਚਾਈਲਡ ਵਰਗੇ ਚਾਰਜਸ ਲਗਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਮਾਸੂਮ ਬੱਚੇ ਨਾਲ ਮਾਰ-ਕੁੱਟ ਕੀਤੀ ਗਈ, ਉਹ ਕਾਫੀ ਬੁਰੀ ਸੀ। ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 14 ਸਾਲ ਦੇ ਇਸ ਬੱਚੇ ਨੂੰ ਮਾਰ-ਕੁੱਟ ਤੋਂ ਬਾਅਦ ਦਿਮਾਗ ਅਤੇ ਸਿਰ ਦੇ ਉੱਪਰ ਸੱਟਾਂ ਆਈਆਂ ਹਨ। ਜਿਸ ਵਿਅਕਤੀ ਉੱਪਰ ਕਾਰਵਾਈ ਕੀਤੀ ਗਈ, ਉਹ ਬੱਚੇ ਦਾ ਬਾਇਓਲੋਜੀਕਲ ਫਾਦਰ ਦੱਸਿਆ ਜਾ ਰਿਹਾ ਹੈ। ਅਮਰੀਕਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਬਜ਼ੁਰਗ ਵੱਲੋਂ ਬੱਚੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਬੱਚੀ ਨੂੰ ਖਰੀਦਣ ਵਾਸਤੇ $1 ਲੱਖ ਦੀ ਪੇਸ਼ਕਸ਼ ਮਾਂ ਨੂੰ ਦਿੱਤੀ ਗਈ। ਇਸ ਬਾਰੇ ਹੁਣ ਪੁਲਿਸ ਵੱਲੋਂ ਡਿਟੇਲ ਸਾਂਝੀ ਕੀਤੀ ਗਈ ਤੇ ਉਹਨਾਂ ਨੇ ਇਸ ਖਿਲਾਫ ਕਾਰਵਾਈ ਵੀ ਕੀਤੀ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਵਿਅਕਤੀ ਵੱਲੋਂ 8 ਸਾਲ ਦੀ ਬੱਚੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਵਿਅਕਤੀ ਵੱਲੋਂ ਇਹ ਕੋਸ਼ਿਸ਼ ਕੀਤੀ ਗਈ, ਹੁਣ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਘਟਨਾ ਅਮਰੀਕਾ ਦੇ ਫਲੋਰੀਡਾ ਨਾਲ ਸੰਬੰਧਿਤ ਦੱਸੀ ਗਈ ਹੈ, ਜਿੱਥੇ ਕਰਿਆਨੇ ਦੀ ਦੁਕਾਨ ਤੋਂ 8 ਸਾਲ ਦੀ ਬੱਚੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਬੱਚੀ ਨੂੰ $1 ਲੱਖ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੇ ਅਜਿਹਾ ਕੀਤਾ, ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਮਾਂ ਦੇ ਅੱਗੇ ਇੱਕ ਗਲਤ ਪ੍ਰਸਤਾਵ ਰੱਖਿਆ ਗਿਆ। ਇਸ ਬਾਰੇ ਬੱਚੇ ਦੀ ਮਾਂ ਵੱਲੋਂ ਸਟੇਸ਼ਨ ਨੂੰ ਜਾਣਕਾਰੀ ਦਿੱਤੀ ਗਈ ਕਿ ਉਸ ਨੂੰ ਲੱਗਾ ਕਿ ਉਹ ਵਿਅਕਤੀ ਇਕੱਲਾ ਹੀ ਹੈ। ਇਹ ਉਸ ਨੂੰ ਉਦੋਂ ਲੱਗਾ ਜਦੋਂ ਉਸਨੇ ਉਸ ਨਾਲ ਅਤੇ ਉਸ ਦੀ ਧੀ ਨਾਲ ਸੰਪਰਕ ਕੀਤਾ। ਬਾਅਦ ਵਿੱਚ ਦੱਸਿਆ ਗਿਆ ਕਿ ਉਹ ਆਇਆ ਅਤੇ ਉਸਨੇ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਕਿੰਨੀ ਸੁੰਦਰ ਹੈ ਤੇ ਉਸ ਦੀਆਂ ਤਾਰੀਫਾਂ ਕਰਦਾ ਹੋਇਆ ਦਿਖਾਈ ਦਿੱਤਾ। ਫਿਰ ਇਸ ਵਿਅਕਤੀ ਵੱਲੋਂ ਕਿਹਾ ਗਿਆ ਕਿ ਉਹ ਸੌਦਾ ਕਰਨਾ ਚਾਹੁੰਦਾ ਹੈ। ਉਸ ਵੱਲੋਂ $1 ਲੱਖ ਦੀ ਪੇਸ਼ਕਸ਼ ਕੀਤੀ ਗਈ। ਇਹ ਸੁਣ ਕੇ ਮਾਂ ਸਦਮੇ ਦੇ ਵਿੱਚ ਚਲੀ ਗਈ। ਇਸ ਸੰਬੰਧੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੀ ਡਿਟੇਲ ਦੇ ਵਿੱਚ ਉਹਨਾਂ ਵੱਲੋਂ ਕੁਝ ਗੱਲਾਂ ਦਾ ਜ਼ਿਕਰ ਕੀਤਾ ਗਿਆ ਜੋ ਤੁਹਾਡੇ ਨਾਲ ਇਸ ਖਬਰ ਵਿੱਚ ਸਾਂਝੀਆਂ ਕੀਤੀਆਂ ਹਨ। ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।